ਦੇਸ਼ ਦੁਨੀਆ ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ, ਔਰ ਮੇਰੇ ਨਾਲ ਨੇ ਉੱਗੇ ਸਿੱਖ ਵਿਦਵਾਨ ਸਰਦਾਰ ਗੁਰਚਰਨਜੀਤ ਸਿੰਘ ਲਾਂਬਾ। ਲਾਂਬਾ ਸਾਹਿਬ ਜੀ ਆਇਆਂ ਜੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਅੱਜ 4 ਜੁਲਾਈ ਹੈ। ਅਸੀਂ ਬਹੁਤ ਭੁਲੱਕੜ ਹੈ ਔਰ ਸਾਡੀ ਯਾਦਾਸ਼ਤ ਬਹੁਤ ਛੋਟੀ ਹੈ। ਅਸੀਂ ਅਕਸਰ ਇਤਿਹਾਸਕ ਦੁਖਾਂਤ ਭੁੱਲ ਜਾਂਦੇ ਹਾਂ, ਲੇਕਿਨ ਹਕੂਮਤਾਂ ਕਦੇ ਨਹੀਂ ਭੁੱਲਦੀਆਂ ਕਿ ਉਹਨਾਂ ਦੇ ਨਿਸ਼ਾਨੇ ਕੀ ਨੇ। ਤਤਕਾਲੀ ਹਕੂਮਤ ਨੇ 4 ਜੁਲਾਈ 1955 ਦੇ ਵਿੱਚ ਇੱਕ ਵਾਰੀ ਦਰਬਾਰ ਸਾਹਿਬ ਦੇ ਅੰਦਰ ਆ ਕੇ ਇਹਦੀ ਬੇਹੁਰਮਤੀ ਕਰਨ ਦਾ ਯਤਨ ਕੀਤਾ। ਇਤਿਹਾਸਕ ਹਵਾਲੇ, ਇਤਿਹਾਸਕ ਗਵਾਹੀਆਂ ਕਹਿੰਦੀਆਂ ਨੇ ਕਿ ਹਕੂਮਤਾਂ ਨੇ ਕਦੇ ਵੀ ਇਸ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਕਿ ਸਭ ਤੋਂ ਵੱਡੇ ਅਸਥਾਨ ਸਿੱਖਾਂ ਦੇ, ਉਹਨਾਂ ਦੇ ਵਿੱਚੋਂ ਕਿਵੇਂ ਸਾਨੂੰ ਤਾਕਤ ਮਿਲਦੀ ਆ, ਮਾਨਸਿਕ ਔਰ ਰੂਹਾਨੀ। ਸੋ ਬਹੁਤ ਅਹਿਮ ਸਵਾਲ ਆ ਕਿ ਅਸੀਂ ਆਪਣੇ ਇਤਿਹਾਸਕ ਪੈੜਾਂ ਜਿਹੜੀਆਂ ਨੇ, ਇਤਿਹਾਸਕ ਦੌਰ ਨੇ, ਦੁਖਾਂਤ ਨੇ, ਉਹਨਾਂ ਵੱਲ ਬਹੁਤਾ ਪਲਟ ਕੇ ਨਹੀਂ ਵੇਖਦੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਦੇ ਦਿਨ ਨੂੰ ਇੱਕ ਵਾਰੀ ਫਿਰ ਯਾਦ ਕਰ ਰਹੀ ਹੈ। ਬੀਬੀ ਜਗੀਰ ਕੌਰ ਨੇ ਦੂਜੀ ਤੀਜੀ ਵਾਰ ਇੱਕ ਇਸ ਤਰ੍ਹਾਂ ਦਾ ਉਪਰਾਲਾ ਕੀਤਾ। ਸਿਧਾਂਤਕ ਤੌਰ ਤੇ, ਵਿਚਾਰਧਾਰਕ ਤੌਰ ਤੇ ਅਸੀਂ ਉਹਨਾਂ ਨਾਲ ਸਹਿਮਤ ਹੋਈਏ ਜਾਂ ਨਾ ਹੋਈਏ, ਲੇਕਿਨ ਅੱਜ ਦੇ ਦਿਨ ਦੇ ਉੱਤੇ ਗੁਰਦੁਆਰਾ ਮੰਜੀ ਸਾਹਿਬ ਦੇ ਵਿੱਚ 4 ਜੁਲਾਈ 1955 ਦੇ ਉਸ ਸਾਕੇ ਨੂੰ ਯਾਦ ਕਰਨਾ, ਲਗਭਗ 66 ਸਾਲ ਬੀਤਣ ਬਾਅਦ, ਮੈਨੂੰ ਇੰਝ ਲੱਗਦਾ ਹੈ ਕਿ ਕੌਮ ਨੂੰ ਮੁਲਾਂਕਣ ਕਰਨੇ ਚਾਹੀਦੇ ਆ। ਲਾਂਬਾ ਸਾਹਿਬ, ਮੈਂ ਜ਼ਿਆਦਾ ਗੱਲ ਨਾ ਕਰਾਂ ਲੰਬੀ, ਮੈਨੂੰ ਜ਼ਰੂਰ ਦੱਸਿਓ ਕਿ ਅੱਜ ਦੇ ਦਿਨ ਵਾਪਰੇ ਘਟਨਾਕ੍ਰਮ ਤੇ ਇਹਦੇ ਸਿਲਸਿਲੇ ਦੇ ਵਿੱਚ ਹਕੂਮਤਾਂ ਦਾ ਨਜ਼ਰੀਆ, ਔਰ ਲਗਾਤਾਰ ਇਹ ਫਹਿਰਿਸਤ, ਇਹ ਸਿਲਸਿਲਾ ਬਣਿਆ ਰਹਿੰਦਾ ਹੈ, ਲੇਕਿਨ ਅਸੀਂ ਗੌਲਦੇ ਹੀ ਨਹੀਂ ਕਿ ਵਾਪਰਦਾ ਕੀ ਰਿਹਾ। ਅਸੀਂ ਕਦੇ ਪਿਛਾਂ ਪਰਤ ਕੇ ਨਹੀਂ ਵੇਖਦੇ ਤਾਂ ਕਿ ਵਰਤਮਾਨ ਸੌਖਾ ਹੋ ਸਕੇ, ਭਵਿੱਖ ਦੇ ਕੁਝ ਔੜ ਪੌੜ ਹੋ ਸਕਣ। ਸਾਡੀਆਂ ਕਮਜ਼ੋਰੀਆਂ ਬਣਦੀਆਂ ਜਾ ਰਹੀਆਂ ਨੇ, ਸਾਡੀਆਂ ਇਸ ਤਰ੍ਹਾਂ ਦੀਆਂ ਆਦਤਾਂ। ਕੀ ਕਹਿੰਦੇ ਹੋ ਜੀ? ਬਹੁਤ ਬਹੁਤ ਧੰਨਵਾਦ ਤੁਹਾਡਾ। ਔਰ ਇਸ ਮੌਕੇ ਤੇ ਅੱਜ ਦੇ ਦਿਨ 4 ਜੁਲਾਈ ਨੂੰ ਇੱਕ ਵਾਰ ਫਿਰ ਮੁੜ ਯਾਦ ਕਰਨ ਲਈ, ਦੇਰ ਆਇਦ ਦਰੁਸਤ ਆਇਦ, ਘੱਟੋ ਘੱਟ ਇਹ ਖਿਆਲ ਆਇਆ, ਕਿਉਂ ਆਇਆ, ਕਿਸ ਤਰ੍ਹਾਂ ਆਇਆ, ਔਰ ਇਹ ਇੱਕ ਵੱਖਰਾ ਵਿਸ਼ਾ। ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਇੱਕ ਪਾਸੇ ਜਿੱਥੇ ਅੱਜ ਅਮਰੀਕਾ ਆਪਣਾ ਆਜ਼ਾਦੀ ਦਿਵਸ ਮਨਾ ਰਿਹਾ 4 ਜੁਲਾਈ ਨੂੰ, ਇਹ ਬਹੁਤ ਵੱਡਾ ਹੈ, ਸਾਰੀ ਦੁਨੀਆ ਜਿਹੜੀ ਹੈ ਇਸ ਵੱਲ ਵੇਖ ਰਹੀ ਹੈ, ਔਰ ਸਾਨੂੰ ਆਜ਼ਾਦੀ ਮਿਲੀ ਹੈ। ਪਰ ਉਹਦੇ ਬਾਅਦ ਕੀ ਹੋਇਆ? ਅਗਰ ਉਸਨੂੰ ਇੱਕ ਲਫ਼ਜ਼ ਵਿੱਚ ਕਹਿ ਲਿਆ ਜਾਏ, ਦੀਵਾਰ ਕਿਆ गिरी मेरे कच्चे मकान की, लोगों ने मेरे सहन से रस्ते बना लिए, खुश हुआ था तोड़कर अपने कफस की तीलियां, हाय कह के रह गया टूटे परों को देखकर। 1947 ਤੋਂ ਪਹਿਲੇ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਇਮੀ ਲਈ ਜਦੋਂ ਜਦੋਜਹਿਦ ਹੋ ਰਹੀ ਸੀ, ਕੁਰਬਾਨੀਆਂ ਹੋ ਰਹੀਆਂ ਸੀ, ਜਦੋਂ ਗੁਰੂ ਕੇ ਬਾਗ, ਗੰਗਸਰ, ਜੈਤੋ ਜੀ ਔਰ ਪੰਜਾ ਸਾਹਿਬ, ਨਨਕਾਣਾ ਸਾਹਿਬ, ਉਹ ਸਾਰੇ ਮੋਰਚੇ ਲੱਗ ਰਹੇ ਸੀ, ਅਥਾਹ ਕੁਰਬਾਨੀਆਂ ਹੋਈਆਂ, ਜਿਹਦੇ ਵਿੱਚੋਂ ਅਕਾਲੀ ਦਲ ਬਣਿਆ, ਜਿਹਦੇ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ। ਰੰਧਾਵਾ ਸਾਹਿਬ, ਇੱਕ ਗੱਲ ਧਿਆਨ ਦੇਖਣ ਵਾਲੀ ਹੈ, ਦੇਣ ਵਾਲੀ ਹੈ, ਉਸ ਵੇਲੇ ਮਹਾਤਮਾ ਗਾਂਧੀ ਨੇ ਇੱਕ ਗੱਲ ਕਹੀ ਸੀ ਸਿੱਖਾਂ ਨੂੰ ਕਿ ਤੁਸੀਂ ਇਸ ਤਰ੍ਹਾਂ ਕਰੋ ਕਿ ਇਹ ਜਿਹੜਾ ਗੁਰਦੁਆਰਿਆਂ ਦੀ ਆਜ਼ਾਦੀ ਦਾ ਮੋਰਚਾ ਹੈ, ਜਿਹੜੀ ਇਹ ਜਦੋਜਹਿਦ ਹੈ, ਇਹਨੂੰ ਤਰਕ ਕਰ ਦਿਓ, ਇਹਨੂੰ ਸਸਪੈਂਡ ਕਰ ਦਿਓ। ਜਦੋਂ ਮੁਲਕ ਆਜ਼ਾਦ ਹੋ ਗਿਆ ਤੇ ਗੁਰਦੁਆਰੇ ਆਪੇ ਆਜ਼ਾਦ ਹੋ ਜਾਣਗੇ। ਪਰ ਉਸ ਵੇਲੇ ਦੀ ਅਕਾਲੀ ਲੀਡਰਸ਼ਿਪ ਦੀ ਇਹ ਬੜੀ ਦੂਰ ਅੰਦੇਸ਼ੀ ਸੀ, ਜਾਂ ਵਾਹਿਗੁਰੂ ਦੀ ਕਿਰਪਾ ਹੋਈ ਕਿ ਉਹ ਇਸ ਝਾਂਸੇ ਦੇ ਵਿੱਚ ਨਹੀਂ ਆਏ। ਅਗਰ ਜੇ ਕਿਧਰੇ ਉਹ ਮੋਰਚਾ ਬੰਦ ਕਰ ਦਿੰਦੇ ਤਾਂ ਸਹਿਜੇ ਅਨੁਮਾਨਿਆ ਜਾ ਸਕਦਾ ਹੈ ਕਿ ਉਹਦੇ ਬਾਅਦ ਗੁਰਦੁਆਰਿਆਂ ਦੀ ਕੀ ਹਾਲਤ ਹੋਣੀ ਸੀ, ਕੀ ਹੋਣਾ ਸੀਗਾ। ਇਹ ਗੱਲ, ਇਹ ਬਹੁਤ ਅਹਿਮ ਹੈ। ਇਸ ਬੈਕਗਰਾਉਂਡ ਦੇ ਵਿੱਚ ਇਹ ਸਾਰੀ ਗੱਲ ਸਮਝਣ ਵਾਲੀ ਹੈ। ਔਰ 1947 ਤੱਕ, 1925 ਜਦੋਂ ਗੁਰਦੁਆਰਾ ਐਕਟ ਬਣਦਾ ਹੈ, ਅੰਗਰੇਜ਼ਾਂ ਨੇ ਬਿਲਕੁਲ ਤੌਬਾ ਕੀਤੀ, ਕਿਸੇ ਗੁਰਦੁਆਰੇ ਵਿੱਚ ਕੋਈ ਦਖਲ ਨਹੀਂ ਦਿੱਤਾ, ਕਿਸੇ ਮੈਨੇਜਮੈਂਟ ਵਿੱਚ ਨਹੀਂ ਦਿੱਤਾ। ਪਰ 1947 ਤੋਂ ਬਾਅਦ ਜੀ ਲਗਾਤਾਰ ਸਰਕਾਰ, ਭਾਵੇਂ ਕਾਂਗਰਸ ਦੀ ਹੋਏ, ਅਕਾਲੀਆਂ ਦੀ ਹੋਏ, ਜਾਂ ਜਿਹੜੀ ਦੂਜੀਆਂ ਬਣੀਆਂ, ਜਿਹੜੀਆਂ ਮਿਲੀਆਂ ਜੁਲੀਆਂ ਬਣੀਆਂ, ਭਾਵੇਂ ਬੀਜੇਪੀ ਦੀ ਹੋਏ, ਹਰ ਇੱਕ ਸਰਕਾਰ ਦੀ ਇਹ ਮਨਸ਼ਾ ਰਹੀ ਹੈ, ਕੋਸ਼ਿਸ਼ ਰਹੀ ਹੈ ਕਿ ਸ਼੍ਰੋਮਣੀ ਕਮੇਟੀ ਦੇ ਉੱਤੇ ਕਿੱਦਾਂ ਕਬਜ਼ਾ ਕੀਤਾ ਜਾਏ। ਕਬਜ਼ੇ ਦਾ ਮਤਲਬ ਇਹ ਹੈ ਕਿ ਇੱਥੇ ਕੋਈ ਪੰਥਕ ਗੱਲ ਨਾ ਹੋਏ। 1955 ਦੇ ਵਿੱਚ 4 ਜੁਲਾਈ ਨੂੰ ਜੋ ਘਟਨਾ ਵਾਪਰੀ, ਉਹਦਾ ਵੀ ਇਹੀ ਸੀ, ਉਹਦਾ ਵੀ ਬਿਲਕੁਲ ਇਹੀ ਸੀਗਾ ਕਿ ਉਸ ਤੋਂ ਪਹਿਲੇ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕਰਨ ਲਈ ਕਈ ਹਥਕੰਡੇ ਵਰਤੇ ਗਏ ਸਰਕਾਰ ਵੱਲੋਂ। ਕਦੀ ਸਾਧ ਸੰਗਤ ਬੋਰਡ, ਕਦੀ ਦੇਸ਼ ਭਗਤ ਬੋਰਡ, ਕਦੀ ਪੈਪਸੂ ਨੂੰ ਉਹਦੇ ਵਿੱਚ ਰਲਾ ਦਿੱਤਾ ਜਾਏ ਸ਼੍ਰੋਮਣੀ ਕਮੇਟੀ ਵਿੱਚ, ਤਾਂ ਕਿ ਸਰਕਾਰ ਦਾ ਸਿੱਧਾ ਕਬਜ਼ਾ ਹੋ ਜਾਏ। ਵਕਤੀ ਤੌਰ ਤੇ ਕਬਜ਼ਾ ਹੁੰਦਾ ਵੀ ਰਿਹਾ, ਪਰ ਇਹ ਕੌਮ ਦੀ ਜਦੋਜਹਿਦ ਸੀ। ਔਰ 1955 ਦੇ ਵਿੱਚ ਜਦੋਂ ਫਿਰ ਪੰਜਾਬੀ ਸੂਬਾ ਮੋਰਚਾ ਲੱਗਦਾ,
1955 ਦੇ ਵਿੱਚ ਨਗਰ ਕੀਰਤਨ ਜਲੂਸ ਨਿਕਲਦਾ ਸੀਗਾ ਮੰਜੀ ਸਾਹਿਬ ਤੋਂ। ਉਸ ਜਲੂਸ ਦਾ ਨਾਂ ਸੀ ਸੀਸ ਪੇਟ। ਅਸੀਂ ਅੱਜ ਕੱਲ ਥੋੜੇ ਜਿਹੇ ਮਾਡਰਨ ਹੋ ਗਏ ਆ, ਇਹਨੂੰ ਨਗਰ ਕੀਰਤਨ ਕਹਿਣਾ ਸ਼ੁਰੂ ਕਰ ਦਿੱਤਾ ਹੈ। ਕੀਰਤਨ ਦਰਬਾਰ ਸਾਹਿਬ ਵਿੱਚ ਹੁੰਦਾ ਹੈ, ਨਗਰਾਂ ਦੇ ਵਿੱਚ ਗਲੀਆਂ ਵਿੱਚ ਕੀਰਤਨ ਨਹੀਂ ਹੁੰਦਾ ਹੈਗਾ। ਇਹ ਜਲੂਸ ਹੁੰਦਾ ਹੈ, ਜਿਹੜੀ ਸਾਡੀ ਸ਼ਾਨੋ ਸ਼ੌਕਤ ਜਲਸੇ ਦਾ ਔਰ ਉਲਾਸ ਦਾ ਜਿਹੜਾ ਇੱਕ ਸਿੰਬਲ ਹੁੰਦਾ ਹੈ। ਸੋ ਜਲੂਸ ਨਿਕਲਦਾ ਸੀ ਔਰ ਉਸ ਜਲੂਸ ਦੇ ਵਿੱਚ ਸਰਕਾਰ ਨੇ ਇਹਨੂੰ ਰੋਕਣ ਲਈ ਉਹਨਾਂ ਨੇ ਧਾਰਾ 144 ਲਗਾ ਦਿੱਤੀ ਜੀ। ਇਹ ਜਿਹੜੀ ਸ਼ੁਰੂਆਤ ਹੋ ਗਈ। ਹੁਣ ਜਦੋਂ ਉਸ ਦੇ ਬਾਵਜੂਦ ਵੀ ਉਹ ਨਾ ਰੁਕਿਆ, ਫਿਰ ਸਰਕਾਰ ਨੇ ਕੀ ਕੀਤਾ ਕਿ ਜਲੂਸ ਦੇ ਰਸਤੇ ਦੇ ਵਿੱਚ ਕੁਝ ਜਿਹੜੇ ਆਰੀਆ ਸਮਾਜੀ ਤੇ ਹੋਰ ਤੱਤ ਸਨ, ਉਹਨਾਂ ਨੂੰ ਰਸਤਿਆਂ 'ਚ ਖੜਾ ਕਰ ਦਿੱਤਾ ਤਾਂ ਕਿ ਇਹ ਜਲੂਸ ਦੇ ਵਿੱਚ ਰੁਕਾਵਟ ਪਾਈ। ਮਗਰ ਉਹ ਸਿੰਘਾਂ ਨੇ ਬੜੀ ਧਮਲ ਮਜਾਜ਼ੀ ਦਾ ਸਬੂਤ ਦਿੱਤਾ। ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਨੇ, ਉਹਨਾਂ ਨੇ ਆਪਣਾ ਰਸਤਾ ਬਦਲ ਲਿਆ ਔਰ ਇਹ ਜਲੂਸ ਕਾਮਯਾਬੀ ਨਾਲ ਨਿਕਲਿਆ। ਮਗਰ ਉਸ ਦੇ ਬਾਅਦ ਸਰਕਾਰ ਇਤਨਾ ਚਿੜ ਗਈ ਕਿ 24 ਜੂਨ ਨੂੰ ਮਾਸਟਰ ਤਾਰਾ ਸਿੰਘ ਦਾ 71ਵਾਂ ਜਨਮ ਦਿਨ ਸੀਗਾ। ਉਹਨਾਂ ਨੇ ਮਾਸਟਰ ਤਾਰਾ ਸਿੰਘ ਨੂੰ ਰੋਹਤਕ ਤੋਂ ਧਰਮਸ਼ਾਲਾ ਜੇਲ੍ਹ ਭੇਜ ਦਿੱਤਾ। ਇਹ ਕੀਤਾ ਤਾਂ ਕਿ ਪੰਜਾਬ ਦੀ ਜੇਲ੍ਹ ਚੋਂ ਦੂਸਰੇ ਹਿਮਾਚਲ ਦੀ ਜੇਲ੍ਹ ਵਿੱਚ ਭੇਜ ਦਿੱਤਾ ਜਾਏ। ਔਰ ਜਦੋਂ ਇਸ ਸਾਰੇ ਪਾਬੰਦੀ ਲਗਾ ਦਿੱਤੀ ਕਿ ਤੁਸੀਂ ਪੰਜਾਬੀ ਸੂਬਾ ਜ਼ਿੰਦਾਬਾਦ ਨਾਰਾ ਵੀ ਨਹੀਂ ਮਾਰ ਸਕਦੇ। ਪੰਜਾਬੀ ਸੂਬਾ ਮੰਨਣਾ ਜਾਂ ਨਾ ਮੰਨਣਾ ਇਹ ਵੱਖਰੀ ਗੱਲ ਸੀ, ਇਹ ਇੱਕ ਬਿਲਕੁਲ ਵੱਖਰੀ ਚੀਜ਼ ਸੀ ਕਿ ਤੁਸੀਂ ਇਹ ਬੋਲ ਵੀ ਨਹੀਂ ਸਕਦੇ ਕਿ ਪੰਜਾਬੀ ਸੂਬਾ ਜ਼ਿੰਦਾਬਾਦ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਦਲ ਉਸ ਵੇਲੇ ਹਾਈ ਕੋਰਟ ਗਿਆ, ਮਗਰ ਹਾਈ ਕੋਰਟ ਨੇ ਵੀ ਰਿਜੈਕਟ ਕਰਤੀ ਇਹਨਾਂ ਦੀ ਦਰਖਾਸਤ। ਦੇਖੋ, ਬੁਨਿਆਦੀ ਇੱਕ ਕਿਤਨਾ ਬੇਸਿਕ ਚੀਜ਼ ਹੈ ਕਿ ਤੁਹਾਡੇ ਬੋਲਣ ਦੇ ਉੱਤੇ ਵੀ ਪਾਬੰਦੀ ਹੈ। ਵੈਸੇ ਆਮ ਤੌਰ ਦੇ ਉੱਤੇ ਕਿਹਾ ਜਾਂਦਾ ਹੈ ਕਿ ਹਿੰਦੁਸਤਾਨ ਵਿੱਚ ਫਰੀडम ਆਫ ਸਪੀਚ ਹੈ, ਇਹ ਠੀਕ ਹੈ, ਪਰ ਹੁੰਦਾ ਕੀ ਹੈ ਕਿ ਫਰੀडम ਆਫ ਸਪੀਚ ਹੁੰਦੀ ਹੈ ਪਰ ਫਰੀडम ਆਫਟਰ ਸਪੀਚ ਦੀ ਗਾਰੰਟੀ ਨਹੀਂ ਹੁੰਦੀ। ਪਰ ਇੱਥੇ ਤਾਂ ਬੋਲਣ ਦੀ ਵੀ ਆਜ਼ਾਦੀ ਨਹੀਂ ਸੀ, ਨਾਰਾ ਮਾਰਨ ਦੀ ਆਜ਼ਾਦੀ ਨਹੀਂ ਸੀਗੀ। ਔਰ ਜਦੋਂ ਫਿਰ ਇਸ ਨੂੰ ਰੱਦ ਕਰਕੇ ਜਦੋਂ ਇਹ ਨਾਰੇ ਮਾਰਦੇ ਸਿੰਘ ਜਾਂਦੇ ਸੀ ਤਾਂ ਉਸ ਵੇਲੇ ਇਸ ਮੋਰਚੇ ਨੂੰ ਕੁਚਲਣ ਲਈ, ਪੂਰੀ ਤਰ੍ਹਾਂ ਕੁਚਲਣ ਲਈ, ਉਸ ਵੇਲੇ ਦੇ ਜਾਣੇ ਮਾਣੇ ਜਿਹੜੇ ਸਿੱਖ ਵਿਰੋਧੀ ਪੁਲਿਸ ਅਫਸਰ ਸੀ, ਅਸ਼ਵਨੀ ਕੁਮਾਰ DIG ਸਨ, ਉਹਨਾਂ ਨੂੰ ਇੰਚਾਰਜ ਲਗਾਇਆ ਗਿਆ ਔਰ ਉਹਨਾਂ ਨੇ ਕਿਹਾ ਕਿ ਮੈਂ 5 ਦਿਨ ਦੇ ਵਿੱਚ ਇਹਨਾਂ ਨੂੰ ਕੁਚਲ ਦਿਆਂਗਾ। ਇਹ ਉਹਨਾਂ ਨੇ ਕੀਤਾ। ਹੁਣ ਇਹ ਕੌਮ ਲਈ ਇੱਕ ਸਿੱਧਾ ਚੈਲੰਜ ਸੀ ਔਰ ਤੁਸੀਂ ਹੈਰਾਨ ਹੋਵੋਗੇ, ਉਸ ਮੋਰਚੇ ਦੇ ਵਿੱਚ ਸਰਦਾਰ ਦਰਸ਼ਨ ਸਿੰਘ ਫੇਰੂਮਾਨ, ਹਾਲਾਂਕਿ ਬਾਅਦ ਵਿੱਚ ਆਪਣਾ ਧੋਣਾ ਧੋ ਗਏ, ਪਰ ਉਹਨਾਂ ਨੇ ਵੀ ਕਿਹਾ ਕਿ ਮੈਂ ਕਿਸੇ ਨੂੰ ਮੰਜੀ ਸਾਹਿਬ ਵੜਨ ਨਹੀਂ ਦਿਆਂਗਾ। ਮਤਲਬ ਕਾਂਗਰਸ ਦੇ ਔਰ ਸਾਰੇ ਆਗੂਆਂ ਨੂੰ ਲੈ ਕੇ ਮੈਂ ਦਰਬਾਰ ਸਾਹਿਬ ਜਾਵਾਂਗਾ ਔਰ ਕਿਸੇ ਨੂੰ ਵੜਨ ਨਹੀਂ ਦਿਆਂਗਾ। ਪਰ ਖੈਰ, ਉਹਨਾਂ ਨੇ ਆਪਣੀ ਅਰਦਾਸ ਨਿਭਾ ਕੇ ਉਹ ਪਿਛਲੇ ਸਾਰੇ ਧੋਣੇ ਉਹਨਾਂ ਨੇ ਧੋ ਦਿੱਤੇ, ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੇ। ਮਗਰ ਜਿਸ ਦਿਨ ਫਿਰ ਇਹ 4 ਜੁਲਾਈ 1904 ਔਰ 5 ਨੂੰ ਸਰਕਾਰ ਨੇ ਪਹਿਲੀ ਵਾਰੀ ਘੋੜਸਵਾਰ ਫਲੈਗ ਮਾਰਚ ਕੀਤਾ ਗੁਰੂ ਰਾਮਦਾਸ ਸਰਾਂ ਔਰ ਲੰਗਰ ਦੇ ਵਿਚਕਾਰ, ਮੰਜੀ ਸਾਹਿਬ ਦੇ ਉੱਤੇ ਕਬਜ਼ਾ ਕਰ ਲਿਆ, ਅਥਰੂ ਗੈਸ ਦੇ ਗੋਲੇ ਸੁੱਟੇ, ਜਿਹੜੇ ਗੋਲੇ ਇਤਨੀ ਜ਼ਬਰਦਸਤ ਸਨ ਪਰ ਕਰਮਾਂ ਦੇ ਵਿੱਚ ਸਣੇ ਬੂਟਾਂ ਦੇ ਪੁਲਿਸ ਦਾਖਲ ਹੋਈ ਮਾਰਚ ਕਰਦਿਆਂ ਹੋਇਆਂ ਔਰ ਇਤਨੀ ਜ਼ਬਰਦਸਤ ਉੱਥੇ ਉਹਨਾਂ ਨੇ ਫਾਇਰਿੰਗ ਕੀਤੀ। ਅਸ਼ਵਨੀ ਕੁਮਾਰ ਨੇ, ਧੰਨਾ ਸਿੰਘ ਗੁਲਸ਼ਨ ਕਹਿੰਦੇ ਆ, ਅਸ਼ਵਨੀ ਕੁਮਾਰ ਨੇ ਖੁਦ ਆਪਣੇ ਰਿਵਾਲਵਰ ਤੋਂ 7 ਫਾਇਰ ਕੀਤੇ, ਉਹਨੇ ਖੁਦ ਫਾਇਰ ਕੀਤੇ ਔਰ ਉਸ ਦੇ ਬਾਅਦ ਉਹ ਗੋਲੀਆਂ ਜਿਹੜੀਆਂ ਉਹ ਲੱਗੀਆਂ ਜਾ ਕੇ ਅਕਾਲ ਤਖਤ ਸਾਹਿਬ ਨੂੰ ਵੀ ਲੱਗੀਆਂ। ਉਹਦਾ ਧੂਆਂ ਜਿਹੜਾ ਸੀਗਾ ਉਹ ਸਾਰੇ ਦਾ ਸਾਰਾ ਦਰਬਾਰ ਸਾਹਿਬ ਦੇ ਅੰਦਰ ਵੀ ਗਿਆ। ਇਤਨਾ ਕੁਝ ਹੋਇਆ, 144 ਲਗਾਉਣ ਦੇ ਬਾਅਦ ਹੋਇਆ, ਪਰ ਸਿੱਖਾਂ ਦਾ ਜਜ਼ਬਾ ਰੁਕਿਆ ਨਹੀਂ। ਇਹਦੇ ਬਾਅਦ ਸਰਕਾਰ ਨੇ ਇੱਕ ਨਵੀਂ ਚਾਲ ਚੱਲੀ ਕਿ ਲੰਗਰ ਦੇ ਉੱਤੇ ਕਬਜ਼ਾ ਕਰ ਲਿਆ ਔਰ ਚਾਰੇ ਪਾਸਿਓਂ ਘੇਰਾ ਪਾ ਲਿਆ ਕਿ ਕੋਈ ਰਸਦ ਜਿਹੜੀ ਅੰਦਰ ਨਹੀਂ ਜਾਏਗੀ, ਤਾਂ ਕਿ ਉਹ ਜਿਹੜਾ ਮੋਰਚਾ ਲੱਗਾ ਹੋਇਆ ਹੈ ਉਸ ਮੋਰਚੇ ਦੇ ਵਿੱਚ ਸਿੱਖਾਂ ਨੂੰ ਭੁੱਖੇ ਭਾਣੇ ਇਹਨਾਂ ਨੂੰ ਮਾਰਿਆ ਜਾਏ, ਜਿਵੇਂ 1984 ਦੇ ਵਿੱਚ ਕੀਤਾ ਗਿਆ ਸੀਗਾ ਕਿ ਚਾਰੇ ਪਾਸੋਂ ਘੇਰਾ ਲਗਾ ਕੇ ਕਰਫਿਊ ਲਗਾ ਦਿਓ। ਸੇਮ ਉਹੀ ਤਰੀਕਾ ਜਿਹੜਾ ਸ਼ਾਇਦ ਬਾਬਾ ਬੰਦਾ ਬਹਾਦਰ ਨਾਲ ਵੀ ਕੀਤਾ ਗਿਆ, ਇਹ ਤਰੀਕਾ ਵਰਤਿਆ ਸਰਕਾਰ ਨੇ ਔਰ ਉਹਨਾਂ ਨੇ ਚਾਰੇ ਪਾਸਿਓਂ ਘੇਰਾ ਕਰਕੇ। ਪਰ ਪਤਾ ਨਹੀਂ ਕੁਦਰਤ ਦੀ ਇੱਕ ਅਜੀਬ ਕਰਿਸ਼ਮਾ ਕਹਿ ਲਓ, ਪਤਾ ਨਹੀਂ ਕਿਹੜੇ ਪਾਸਿਓਂ, ਕਿਸ ਥਾਂ ਤੋਂ, ਕਿਧਰੋਂ
ਚਾਰੇ ਪਾਸਿਓਂ ਇੰਨੇ ਰਸਤੇ ਦਰਬਾਰ ਸਾਹਿਬ ਨੂੰ ਲੱਗਦੇ ਸੀ, ਇੰਨੀਆਂ ਗਲੀਆਂ ਲੱਗਦੀਆਂ ਸੀ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰਸਦ ਦੀਆਂ, ਲੰਗਰ ਦੀਆਂ, ਕੜਾਹ ਦੀਆਂ, ਦਾਲੇ, ਫੁਲਕੇ, ਇਹ ਸਾਰਾ ਉੱਥੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਪਹੁੰਚ ਗਿਆ। ਇਤਨਾ ਕੁਝ ਜਿਹੜਾ ਹੋਇਆ, ਔਰ ਉਹ ਹੈਰਾਨ ਹੋ ਗਈ ਸਰਕਾਰ ਵੀ ਕਿ ਇਹ ਹੋ ਕਿੱਦਾਂ ਰਿਹਾ ਹੈਗਾ, ਔਰ ਸਰਕਾਰ ਇਤਨੀ ਦੁਖੀ ਹੋ ਗਈ। ਔਰ ਸ਼ਾਇਦ ਪਹਿਲੀ ਵਾਰੀ ਹੋਇਆ, ਭਾਈ ਮਨੀ ਸਿੰਘ ਜੀ ਨੂੰ ਮੁਗਲਾਂ ਨੇ ਕੈਦ ਕੀਤਾ ਸੀ, ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ, ਪਰ ਇਸ ਸਰਕਾਰ ਨੇ, ਭੀਮ ਸੈਨ ਸੱਚਰ ਕਾਂਗਰਸ ਦਾ ਮੁੱਖ ਮੰਤਰੀ ਸੀ, ਹਾਲਾਂ ਉਹਦਾ ਸਾਥ ਗਿਆਨੀ ਕਰਤਾਰ ਸਿੰਘ, ਪ੍ਰਤਾਪ ਸਿੰਘ ਕੈਰੋਂ ਦੇ ਰਹੇ ਸੀ। ਵਿੱਚੋਂ ਉਹਨਾਂ ਦੀ ਮਨਸ਼ਾ, ਭਾਵੇਂ ਉਹਦੀ ਸਪੋਰਟ ਸੀ, ਪਰ ਸ਼ਾਇਦ ਉਹ ਇਸ ਨੂੰ ਫੇਲ ਵੀ ਕਰਨਾ ਚਾਹੁੰਦੇ ਸੀ, ਇਹ ਪੋਲੀਟੀਕਲ ਐਨਾਲਿਸਟ ਕਹਿੰਦੇ ਆ। ਮਗਰ ਇਹ ਸਾਰੇ ਦਾ ਸਾਰਾ ਜਿਹੜਾ ਠੀਕਰਾ ਭੰਨਿਆ ਗਿਆ, ਉਹ ਭੀਮ ਸੈਨ ਸੱਚਰ ਦੇ ਸਿਰ ਭੰਨਿਆ ਗਿਆ। ਔਰ ਉਹ ਜਿਹੜਾ ਕੁਝ ਹੋਇਆ, ਸਿੰਘ ਸਾਹਿਬ ਗਿਆਨੀ ਭੁਪਿੰਦਰ ਸਿੰਘ ਜੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ, ਪਹਿਲੀ ਵਾਰੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਮੁਗਲਾਂ ਤੋਂ ਬਾਅਦ। ਅਕਾਲ ਤਖਤ ਸਾਹਿਬ ਦੇ ਜਿਹੜੇ ਹੈੱਡ ਗ੍ਰੰਥੀ ਜਥੇਦਾਰ ਸੀ, ਜਥੇਦਾਰ ਅਛਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ, ਸਾਰਾ ਅਸਲਾ ਜਿਹੜਾ ਜ਼ਬਤ ਕਰ ਲਿਆ ਗਿਆ, ਲਾਇਸੈਂਸ ਕੈਂਸਲ ਕਰ ਦਿੱਤੇ ਗਏ। ਇਹ ਇਤਨਾ ਕੁਝ ਜ਼ੁਲਮ ਕਰਕੇ ਵੀ ਸਰਕਾਰ ਜਿਹੜੀ ਹੈ, ਦਰਬਾਰ ਸਾਹਿਬ ਦੇ ਮੈਨੇਜਰ ਔਰ ਸਕੱਤਰ ਸਰ ਹਰਭਜਨ ਸਿੰਘ ਔਰ ਗੁਰਦਿਆਲ ਸਿੰਘ, ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਇਤਨੀਆਂ ਗ੍ਰਿਫਤਾਰੀਆਂ ਦੇ ਕੇ ਜਦੋਂ ਕਾਮਯਾਬ ਨਾ ਹੋਏ, ਔਰ ਉਸ ਤੋਂ ਬਾਅਦ ਭੀਮ ਸੈਨ ਸੱਚਰ ਇਤਿਹਾਸ ਵਿੱਚ ਆਂਦਾ ਹੈ ਕਿ ਉਹ ਇੱਕ ਠੂਠੇ ਦੇ ਵਿੱਚ ਸਵਾਹ ਭਰ ਕੇ, ਯਾਨੀ ਹੁਣ ਮੇਰੀ ਆਤਮਿਕ ਮੌਤ ਹੋ ਚੁੱਕੀ ਹੈ, ਉਹ ਗਲ 'ਚ ਪੱਲਾ ਪਾ ਕੇ ਉਹ ਸਧਾਰਨ ਕੱਪੜਿਆਂ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਉੱਤੇ ਨੇ ਆ ਕੇ ਮਾਫੀ ਮੰਗੀ। ਔਰ ਉਹ ਮਾਫੀ ਮੰਗ ਕੇ ਉਹਦਾ ਨਤੀਜਾ ਇਹ ਨਿਕਲਿਆ ਕਿ ਹਾਲਾਂ ਜਿਹੜੇ ਕਾਂਗਰਸ ਦੇ ਲੀਡਰ ਉਹਦਾ ਸਾਥ ਦੇ ਰਹੇ ਸੀ, ਉਹਨਾਂ ਨੇ ਜਾ ਕੇ ਨਹਿਰੂ ਨੂੰ ਕਿਹਾ ਇਹ ਕਮਜ਼ੋਰ ਲੀਡਰ ਹੈ, ਇਹ ਅਕਾਲੀਆਂ ਨੂੰ ਨਹੀਂ ਕੁਚਲ ਸਕਦਾ, ਇਹ ਅਕਾਲੀਆਂ ਦਾ ਮੁਕਾਬਲਾ ਨਹੀਂ ਕਰ ਸਕਦਾ, ਇਸ ਕਰਕੇ ਸਾਨੂੰ ਇਹ ਜ਼ਿੰਮੇਵਾਰੀ ਦਿੱਤੀ ਜਾਏ। ਤੇ ਇਹਦੇ ਵਿੱਚ ਜਿਹੜੀ ਕੁਰਬਾਨੀ ਦਿੱਤੀ ਗਈ ਉਹ ਫਿਰ ਭੀਮ ਸੈਨ ਸੱਚਰ ਦੀ ਹੋਈ। ਮਗਰ ਉਸ ਦਾ ਨਤੀਜਾ ਇਹ ਨਿਕਲਿਆ, ਅਗਲੇ ਸਾਲ 56 ਦੇ ਵਿੱਚ ਅਕਾਲੀ ਕਾਨਫਰੰਸ ਸੀਗੀ ਅੰਮ੍ਰਿਤਸਰ ਸਾਹਿਬ ਵਿੱਚ, ਔਰ ਨਾਲ ਹੀ ਕਾਂਗਰਸ ਦੀ ਵੀ ਕਾਨਫਰੰਸ ਸੀ। ਕਾਂਗਰਸ ਦੀ ਕਾਨਫਰੰਸ ਦੇ ਵਿੱਚ ਅਤਕਥਨੀ ਨਹੀਂ ਹੋਏਗੀ, ਉੱਲੂ ਬੋਲ ਰਹੇ ਸੀਗੇ, ਔਰ ਉਹ ਜਿਹੜੇ ਆਏ ਸੀਗੇ ਉਹਨਾਂ ਨੂੰ ਪੀਣ ਨੂੰ ਖਾਣ ਨੂੰ ਕੁਝ ਨਹੀਂ ਸੀ, ਉਹ ਸਾਰੇ ਅਕਾਲੀ ਕਾਨਫਰੰਸ ਵਿੱਚ ਜਾ ਕੇ ਤੇ ਉਹ ਫਿਰ ਉੱਥੇ ਲੰਗਰ ਉੱਥੋਂ ਛਕ ਰਹੇ ਸੀਗੇ। ਉਸ ਦਾ ਨਹਿਰੂ ਦੇ ਉੱਤੇ ਬੜਾ ਅਸਰ ਪਿਆ। ਉਸਨੇ ਦੇਖਿਆ ਕਿ ਇਹਨਾਂ ਨੂੰ ਇਤਨਾ ਕੁਝ ਕਰਨ ਦੇ ਬਾਵਜੂਦ, ਇੰਨਾ ਕੁਝ ਕੁਚਲਣ ਦੇ ਬਾਵਜੂਦ ਸਿੱਖਾਂ ਦੀ ਜਿਹੜੀ ਇਹ ਜਜ਼ਬਾ ਹੈ, ਇਹਨੂੰ ਰੋਕਿਆ ਨਹੀਂ ਜਾ ਸਕਦਾ। ਪਰ ਇਹ 4 ਜੁਲਾਈ 1955 ਦਾ ਦਿਨ ਇਤਨਾ ਇਤਿਹਾਸਕ ਦਿਨ ਹੈ, ਸ਼ਾਇਦ ਜਿਵੇਂ ਮੈਂ ਪਹਿਲੇ ਕਿਹਾ ਸੀ 12 ਜੂਨ ਨਾ ਹੁੰਦਾ 6 ਜੂਨ ਨਹੀਂ ਸੀ ਹੋਣੀ, ਜੇ 4 ਜੁਲਾਈ 1955 ਨਾ ਹੁੰਦਾ ਫਿਰ 12 ਜੂਨ ਨਹੀਂ ਸੀ ਹੋਣਾ, ਫਿਰ 6 ਜੂਨ ਨਹੀਂ ਸੀ ਹੋਣੀ। ਇਹਨਾਂ ਸਾਰਿਆਂ ਦੀ ਕੜੀ ਇੱਕ ਰਲਦੀ ਹੈ। ਦਰਅਸਲ ਉਹ ਕੜੀ ਇਹ ਹੈ ਕਿ 1947 ਤੋਂ ਬਾਅਦ ਪਟੇਲ ਨੇ ਸ਼ਰੇਆਮ ਐਲਾਨ ਕਰ ਦਿੱਤਾ ਕਿ ਸਿੱਖਾਂ ਨੂੰ ਆਪਣੀ ਵੱਖਰੀ ਹੋਂਦ ਦੀ, ਵੱਖਰੀ ਹਸਤੀ ਦੀ ਮੰਗ ਨਹੀਂ ਕਰਨ ਦਿੱਤੀ ਜਾਏ। ਇਹ ਸਰਕਾਰ ਦਾ ਚੈਲੰਜ ਸੀ, ਔਰ ਅੱਜ ਵੀ ਉਹੀ ਹੈ। ਮੁੱਦੇ 2 ਹੈ, ਮੁੱਦਾ ਤੀਸਰਾ ਨਹੀਂ ਹੈ। ਇੱਕ ਤਾਂ ਮੁੱਦਾ ਇਹ ਹੈ ਕਿ ਕੀ ਸਿੱਖਾਂ ਨੇ ਆਪਣੀ ਵੱਖਰੀ ਹੋਂਦ ਹਸਤੀ ਨੂੰ ਕਾਇਮ ਰੱਖਣਾ, ਕਿ ਜਿਵੇਂ ਬਾਕੀ ਬੀਜੇਪੀ ਦਾ, RSS ਦਾ ਤੇ ਦੂਜਿਆਂ ਦਾ ਇਹ ਨਾਰਾ ਹੈ ਕਿ ਯੂਨਿਟੀ ਆਫ ਰਿਲੀਜਨਸ ਬੋਰਨ ਇਨ ਇੰਡੀਆ, ਇਹਨਾਂ ਦੇ ਵਿੱਚੋਂ ਈਸਾਈਆਂ ਨੂੰ ਤੇ ਮੁਸਲਮਾਨਾਂ ਨੂੰ ਕੱਢ ਦਿੱਤਾ ਜਾਏ, ਜਾਂ ਤੇ ਇਹ ਹੈ। ਤੇ ਦੂਜਾ ਜਿਹੜਾ ਇੰਦਰਾ ਗਾਂਧੀ ਨੇ ਸਪਸ਼ਟ ਕਿਹਾ ਸੀ ਕਿ ਅਕਾਲ ਤਖਤ ਸਾਹਿਬ ਦੇ ਵਿੱਚੋਂ ਕਿਸੇ ਕਿਸਮ ਦਾ ਪੋਲੀਟੀਕਲ ਏਜੰਡਾ ਨਹੀਂ ਚੱਲੇਗਾ, ਕੋਈ ਮੋਰਚਾ ਨਹੀਂ ਲੱਗੇਗਾ। ਉਹਦੇ ਵਿੱਚ ਸਰਕਾਰ ਕਾਮਯਾਬ ਹੋ ਗਈ ਹੈ, ਔਰ ਹੁਣ ਇਹ ਅਕਾਲੀ ਦਲ ਦੀ, ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਹੈਗੀ ਹੈ, ਜਥੇਦਾਰ ਅਕਾਲ ਤਖਤ ਸਾਹਿਬ ਦੀ ਜ਼ਿੰਮੇਵਾਰੀ ਹੈ ਕਿ ਉਹ ਦੇਖਣ ਕਿ ਕੀ ਜਿਸ ਮਕਸਦ ਲਈ ਮੀਰੀ ਪੀਰੀ ਦਾ ਇਹ ਸਿਧਾਂਤਾਂ ਲਈ ਅਕਾਲ ਤਖਤ ਸਾਹਿਬ ਦੀ ਸਿਰਜਣਾ ਹੋਈ ਹੈ, ਕੀ ਉਹ ਮਕਸਦ ਉਹ ਰਹੇਗਾ ਕਿ ਕੇਵਲ ਇੱਥੇ ਜਿਵੇਂ ਸਰਕਾਰ ਦੀ ਮਨਸ਼ਾ ਸੀ ਕਿ ਇੱਥੇ ਆ ਕੇ ਪੂਜਾ ਪਾਠ ਕੀਰਤਨ ਕਰੋ, ਇਹਦੇ ਬਾਅਦ ਕੁਛ ਨਾ ਕਰੋ। ਜਿਹੜੀ ਦੂਜਿਆਂ ਦੇ ਹੱਕਾਂ ਦੀ ਰਾਖੀ ਲਈ ਇੱਥੋਂ ਕੁਰਬਾਨੀਆਂ ਹੁੰਦੀਆਂ ਸੀ, ਉਹ ਆਪਣੇ ਹੱਕਾਂ ਦੀ ਆਵਾਜ਼ ਵੀ ਇੱਥੋਂ ਨਹੀਂ ਬੁਲੰਦ ਹੋਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਇਹ ਤਵੱਕੋ ਕੀਤੀ ਜਾਂਦੀ ਹੈ, ਆਸ ਕੀਤੀ ਜਾਂਦੀ ਹੈ ਕਿ ਇਤਨਾ ਮਹੱਤਵਪੂਰਨ ਦਿਨ ਹੈ। ਵਧਾਈ ਹੈ ਕਿ ਇਸ ਗੱਲ ਦਾ ਚੇਤੇ ਆਇਆ, ਪਰ ਇਹਦੇ ਤੇ ਇੱਕ ਜ਼ਰੂਰੀ ਚਾਹੀਦਾ ਕਿ ਪੂਰੇ ਪੁਖਤਾ ਦਸਤਾਵੇਜ਼ਾਂ ਦੇ ਨਾਲ ਇੱਕ ਛੋਟਾ ਜਿਹਾ ਭਾਵੇਂ 50 ਪੇਜ ਦਾ ਇੱਕ ਵਾਈਟ ਪੇਪਰ ਜ਼ਰੂਰ ਜਾਰੀ ਕਰੋ ਕਿ ਕੌਣ-ਕੌਣ ਸੀਗੇ, ਕਿਸ ਦਾ ਕੀ ਰੋਲ ਸੀ, ਕਿਸ ਨੇ ਕੀ ਕੀਤਾ। ਸੋ ਇਹ ਅੱਜ ਦੇ ਦਿਨ ਜੀ
ਜੀ ਲਾਂਬਾ ਸਾਹਿਬ, ਤੁਸੀਂ ਬਹੁਤ ਵਿਸਥਾਰ ਦੇ ਵਿੱਚ ਦੱਸਿਆ, ਲੇਕਿਨ ਮੈਂ ਚਾਹੂੰਗਾ ਕਿ ਚੇਤਨਤਾ ਦਾ ਪੱਧਰ ਬਣਿਆ ਰਵੇ। ਸਿੱਖਾਂ ਦੇ ਵਿੱਚ ਜਿਗਿਆਸਾ ਵੀ ਹੋਣੀ ਚਾਹੀਦੀ ਆ, ਪੁਰਾਤਨਤਾ ਨੂੰ ਨਿਭਾਉਣ ਦੀ, ਸਿੱਖਣ ਦੀ, ਸਮਝਣ ਦੀ। ਔਰ ਸਾਡੀਆਂ ਜਿਹੜੀਆਂ ਪੀੜ੍ਹੀਆਂ ਨੇ, ਜਿਹੜੀਆਂ ਅਸੀਂ ਸੀਨਾ ਬਸੀਨਾ ਅੱਗੇ ਕਹਾਣੀਆਂ ਲੈ ਕੇ ਜਾਂਦੇ ਆ, ਉਹ ਸਾਰੀਆਂ ਦੀਆਂ ਸਾਰੀਆਂ ਤੁਰਦੀਆਂ ਵੀ ਰਹਿਣ। ਉਹ ਤਾਂ ਹੀ ਹੋਊਗਾ ਜੇ ਵਰਤਮਾਨ 'ਚ ਅਸੀਂ ਸਾਰੇ ਜਾਗਰੂਕ ਹੋਵਾਂਗੇ, ਸਾਡੇ ਅੰਦਰ ਉਹ ਪ੍ਰਬਲ ਇੱਛਾ ਰਹੇਗੀ ਕਿ ਅਸੀਂ ਇਤਿਹਾਸ ਨਾਲ ਜੁੜੇ ਰਹੀਏ। ਅੱਜ ਦੇ ਦਿਨ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਮੰਜੀ ਸਾਹਿਬ ਦੇ ਵਿੱਚ ਇੱਕ ਵੱਡਾ ਪ੍ਰੋਗਰਾਮ ਕਰ ਰਹੀ ਹੈ, ਕੁਦਰਤੀ ਤੌਰ ਤੇ ਸਟੇਜ ਸਜੇਗੀ, ਉੱਥੋਂ ਵੱਖ-ਵੱਖ ਤਰ੍ਹਾਂ ਦੀ ਗੱਲ ਹੋਵੇਗੀ, ਵਿਦਵਾਨ ਵੀ ਹੋਣਗੇ, ਹੋ ਸਕਦਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਹੋਣ, ਕੋਈ ਸਿਆਸੀ ਲੋਕ ਵੀ ਹੋਣ। ਵੈਸੇ ਤਾਂ ਸ਼੍ਰੋਮਣੀ ਕਮੇਟੀ ਦੇ ਸਾਰੇ ਮੈਂਬਰ ਔਰ ਪ੍ਰਧਾਨ ਸਿਆਸੀ ਹੁੰਦੇ ਆ। ਤੁਹਾਨੂੰ ਲੱਗਦਾ ਕਿ ਇੱਥੋਂ ਕੋਈ ਪ੍ਰੋਗਰਾਮ ਦੇਣ ਦੀ ਜ਼ਰੂਰਤ ਹੋਵੇਗੀ, ਜਾਂ ਇਹੋ ਜਿਹੇ ਦਿਨਾਂ ਨੂੰ ਕਿਸ ਤਰ੍ਹਾਂ ਦੇ ਸਾਂਚੇ ਦੇ ਵਿੱਚ ਉਲੀਕਿਆ ਜਾਵੇ, ਕਿਸ ਤਰ੍ਹਾਂ ਦੇ ਪ੍ਰੋਗਰਾਮਸ ਹੋਣ? ਇਹ ਇੱਕ ਦਿਨ ਨਾਲ ਹੀ ਸਾਰਿਆ ਜਾਵੇ, ਜਾਂ ਇਹਦੇ ਇੱਕ ਸਿਲਸਿਲਾ ਬਣੇ, ਇੱਕ ਲੜੀ ਬਣੇ, ਇਹਦੇ ਨਾਲ ਸੰਬੰਧਿਤ ਕੁਝ, ਜਿਵੇਂ ਤੁਸੀਂ ਗੱਲ ਹੀ ਕੀਤੀ ਕਿ ਵਾਈਟ ਪੇਪਰ ਹੋਵੇ? ਇਹ ਤੁਹਾਨੂੰ ਲੱਗਦਾ ਹੈ ਕਿ ਕਿਹੜੇ ਕੀਤੇ ਜਾਣ ਵਾਲੇ ਐਲਾਨ ਜਾਂ ਜਿਹੜੇ ਕੰਮ ਹੋਣੇ ਚਾਹੀਦੇ ਆ, ਤਾਂ ਕਿ ਅਸੀਂ ਘੱਟੋ ਘੱਟ ਇਹੋ ਜਿਹੇ ਦਿਨ, ਜਿਨ੍ਹਾਂ ਦਿਨਾਂ ਦੇ ਵਿੱਚ ਕੁਝ ਵੱਡੇ ਘਟਨਾਕ੍ਰਮ ਵਾਪਰੇ, ਭਾਵੇਂ ਉਹ ਸੁਖਦ ਸੀ ਭਾਵੇਂ ਦੁਖਦ ਸੀ, ਉਹਨਾਂ ਸਾਰਿਆਂ ਨੂੰ ਗਾਹੇ ਬਗਾਹੇ ਯਾਦ ਰੱਖੀਏ, ਔਰ ਇਹ ਗੱਲਾਂ ਇਤਿਹਾਸ ਵਿੱਚ ਹੀ ਦੱਬ ਕੇ ਨਾ ਰਹਿ ਜਾਣ, ਸਾਡੇ ਸੀਨਿਆਂ ਦੇ ਵਿੱਚ, ਸਾਡੇ ਸਾਹਾਂ ਦੇ ਵਿੱਚ ਤੁਰਦੀਆਂ ਰਹਿਣ। ਜੀ, ਰੰਧਾਵਾ ਸਾਹਿਬ, ਤੁਸੀਂ ਸ਼ੁਰੂ ਦੇ ਵਿੱਚ ਬੜੀ ਸੋਹਣੀ ਗੱਲ ਕਹੀ ਸੀ ਕਿ ਜਿਹੜਾ ਇਤਿਹਾਸ ਹੁੰਦਾ ਹੈ ਉਸ ਨੂੰ ਅਗਰ ਦੁਹਰਾਇਆ ਜਾਏ ਉਹ ਅੱਗੇ ਪ੍ਰੇਰਨਾ ਦਿੰਦਾ ਹੈ। ਤਾਂ ਹੀ ਕਰਕੇ ਜੌਨ ਡਾਸਨ ਕਹਿੰਦਾ ਹੈ ਕਿ ਜੇ ਤੁਸੀਂ ਆਪਣੇ ਭਵਿੱਖ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ ਤੇ ਆਪਣੇ ਪਾਸਟ ਨੂੰ, ਮਾਜ਼ੀ ਨੂੰ ਕੰਟਰੋਲ ਕਰੋ। ਉਹ ਜਿਹੜੀਆਂ ਪੁਰਾਣੀਆਂ ਗੱਲਾਂ ਹੈ ਉਹ ਇਤਿਹਾਸ ਨੂੰ, ਹੁਣ ਜਿਵੇਂ ਅੱਜ ਤੁਸੀਂ ਕਰ ਰਹੇ ਹੋ ਸਕਦਾ ਹੈ ਕਈਆਂ ਦੇ ਮਨ ਵਿੱਚ ਆਏ। ਬਾਕੀ ਰਹਿ ਗਈ ਗੱਲ ਕਿ ਫਾਰਮੈਲਿਟੀ ਜ਼ਰੂਰ ਹੁੰਦੀ ਹੈ। ਦਰਬਾਰ ਸਾਹਿਬ ਦੇ ਉੱਤੇ ਹੋਏ ਹਮਲੇ ਦੇ ਬਾਅਦ, ਜੂਨ 84 ਦੇ ਬਾਅਦ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਵਾਈਟ ਪੇਪਰ ਛਾਪਿਆ ਗਿਆ, ਪਰ ਉਹ ਇਤਨੀ ਥੋੜੀ ਗਿਣਤੀ ਛਾਪਿਆ, ਅੰਗਰੇਜ਼ੀ ਵਿੱਚ ਛਾਪਿਆ, ਕੀਮਤ ਇਤਨੀ ਜ਼ਿਆਦਾ ਸੀ। ਹਾਲਾਂਕਿ ਉਸ ਦੇ ਵਿੱਚ ਜਿਹੜੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਅੱਜ ਸ਼ਾਇਦ ਰਾਜਨੀਤਿਕ ਤੌਰ ਦੇ ਉੱਤੇ ਅਕਾਲੀ ਦਲ ਨੂੰ ਸੂਟ ਨਹੀਂ ਕਰਨਗੀਆਂ, ਪਰ ਇਤਿਹਾਸ ਨੂੰ ਇਮਾਨਦਾਰੀ ਨਾਲ, ਜੇ ਅਸੀਂ ਇਹ ਇਤਰਾਜ਼ ਕਰਦੇ ਹਾਂ ਕਿ ਦੂਜੇ ਸਾਡਾ ਇਤਿਹਾਸ ਵਿਗਾੜਦੇ ਆ, ਤੇ ਅਸੀਂ ਆਪਣੇ ਇਤਿਹਾਸ ਨੂੰ ਵਿਗਾੜੀਏ ਵੀ ਨਾ, ਲੁਕੋਈਏ ਵੀ ਨਾ, ਘੱਟੋ ਘੱਟ ਦੱਸੀਏ। ਜਿਵੇਂ ਤੇਜਾ ਸਿੰਘ ਸਾਬਰ ਨੇ 1947 ਦੇ ਵਿੱਚ ਜਦੋਂ ਘੱਲੂਘਾਰਾ ਹੋ ਰਿਹਾ ਸੀ, ਉਹਨਾਂ ਨੇ ਜੋ ਕੁਝ ਲਿਖਿਆ ਸੀ, ਉਹ ਕਹਿੰਦੇ ਸੀ ਇਤਿਹਾਸ ਵੀ ਸਾਡਾ ਜਾਣਦਾ ਹੈ, ਕਦੀ ਪੋਤੇ ਦੀ ਕਦੀ ਬਾਬੇ ਦੀ। ਹੁਣ ਅਸੀਂ, ਉਹਨੇ ਕਿਹਾ ਸੀ, ਕਹਿੰਦਾ ਇਹ ਦੁਨੀਆ ਤਾਈ ਭੁਲੇਖਾ ਹੈ, ਅਸੀਂ ਉਹ ਨਹੀਂ ਰਹੇ ਜੋ ਅੱਗੇ ਸਾਂ, ਇਹ ਮੁੱਢੋਂ ਸਾਡੀ ਖੀਣੀ ਹੈ, ਅਸੀਂ ਬਣ ਝਵਾਤੀ ਮੱਗੇ ਆ। ਇਤਿਹਾਸ ਵੀ ਸਾਡਾ ਜਾਣਦਾ ਹੈ, ਕਦੀ ਪੋਤੇ ਦੀ ਕਦੀ ਬਾਬੇ ਦੀ, ਖੁੱਲ ਹੁਣ ਵੀ ਜੇਕਰ ਮਿਲ ਜਾਵੇ, ਕੀਮਤ ਪੈ ਜਾਏ ਖਰਾਬੇ ਦੀ, ਇਹ ਮਨ ਹੀ ਸਾਡਾ ਜਾਣਦਾ ਹੈ, ਅਸੀਂ ਦੰਦ ਕਿਵੇਂ ਪੈ ਪੀਨੇ ਆ, ਜਦ ਮੌਕਾ ਆਇਆ ਦੱਸਾਂਗੇ, ਅਸੀਂ ਮੁਰਦਾ ਨਹੀਂ ਪੈ ਜੀਨੇ ਆ। ਕੌਮ ਦੀ ਆਜ਼ਾਦ ਹਸਤੀ ਨੂੰ ਕਾਇਮ ਰੱਖਣਾ, ਇਹਦੇ ਵਿੱਚ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ। ਮੈਨੂੰ ਫਖਰ ਹੈ, ਮੈਨੂੰ ਮਾਣ ਹੈ, ਮੈਂ ਇਹ ਸਾਰਾ ਵਰਤਾਰਾ, ਹਰਤੋਸ਼ ਬੱਲ ਸੀਨੀਅਰ ਜਰਨਲਿਸਟ ਹੈ, ਉਹਨਾਂ ਨੇ ਲਿਖਿਆ ਸੀ ਮੇਰੀ ਕਿਤਾਬ ਦੇ ਉਹਦੇ ਚ ਕਿ ਜੋ ਸਾਡੀਆਂ ਪ੍ਰੋਬਲਮ ਹੈ ਇਹ ਸਾਰੀਆਂ ਆਜ਼ਾਦੀ ਦੀ ਦੇਣ ਹੈਗੀ ਆ। ਇਹ ਸਾਡੀਆਂ ਜਿੰਨੀਆਂ ਕੁਝ ਹੈਗੀਆਂ, ਸਰਕਾਰ ਨੇ, ਪੰਡਿਤ ਜਵਾਹਰ ਲਾਲ ਨਹਿਰੂ ਨੇ ਸਮਝੌਤਾ ਵੀ ਕੀਤਾ, ਨਹਿਰੂ ਤਾਰਾ ਸਿੰਘ ਪੈਕਟ ਵੀ ਹੋਇਆ, ਸਰਕਾਰ ਗੁਰਦੁਆਰਿਆਂ ਵਿੱਚ ਦਖਲ ਨਹੀਂ ਦੇਗੀ। ਪਰ ਗੱਲ ਇਹ ਹੈ ਕਿ ਸਰਕਾਰ ਜਿਹੜੀ ਹੈ, ਉਹ ਜਿਹੜੀ ਮਰਜ਼ੀ ਸਰਕਾਰ ਆ ਜਾਏ, ਉਹ ਇਸ ਲਾਲਚ ਤੋਂ ਆਪਣਾ ਮੂੰਹ ਪਰੇ ਨਹੀਂ ਕਰ ਸਕਦੀ। ਉਹਦਾ ਹਰ ਹਾਲਤ ਵਿੱਚ ਹੁੰਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਜ਼ਾਦ ਹਸਤੀ ਨਾ ਹੋਏ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਜਿਹੜੇ ਇੱਥੇ ਦੇ ਜਥੇਦਾਰ ਔਰ ਜਿਹੜੇ ਗ੍ਰੰਥੀ ਹੈ ਉਹ ਆਜ਼ਾਦ ਨਾ ਹੋਣ, ਉਹ ਇਹਨਾਂ ਦੇ ਹੁਕਮਾਂ ਥੱਲੇ ਚੱਲਣ, ਇਹੀ ਸਾਰੀ ਪ੍ਰੋਬਲਮ ਦੀ ਜੜ ਹੈ। ਔਰ ਇਸ ਕਰਕੇ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ, 1947 ਦੀ ਇੱਕ ਮਾਸਟਰ ਤਾਰਾ ਸਿੰਘ ਦੀ ਡਾਇਰੀ ਮੈਨੂੰ ਦੇਖਣ ਦਾ ਮੌਕਾ ਮਿਲਿਆ, ਉਹਨਾਂ ਦੇ ਘਰ ਮੈਂ ਗਿਆ ਸੀ। ਉਹਦੇ ਵਿੱਚ ਮਾਸਟਰ ਜੀ ਨੇ ਲਿਖਿਆ, ਕਹਿੰਦੇ ਅੰਗਰੇਜ਼ ਜਾ ਰਹੇ ਹੈ ਔਰ ਮੈਨੂੰ ਡਰ ਲੱਗ ਰਿਹਾ। ਅੱਜ ਤੋਂ ਪਹਿਲੇ ਜਿਹੜਾ ਮਰਜ਼ੀ ਸਿੱਖ ਲੀਡਰ, ਜਿੰਨਾ ਮਰਜ਼ੀ ਬੇਈਮਾਨ ਹੋ ਜਾਏ, ਜੋ ਮਰਜ਼ੀ ਹੋ ਜਾਏ, ਉਹ ਅੰਗਰੇਜ਼ ਨਹੀਂ ਸੀ ਬਣ ਸਕਦਾ। ਪਰ ਅੱਜ ਹਾਕਮ ਸ਼੍ਰੇਣੀ ਵਿੱਚ ਆਉਣ ਲਈ ਉਹਨੂੰ ਸਿਰਫ 1 ਮਿੰਟ ਦਾ ਟਾਈਮ ਚਾਹੀਦਾ। ਅਸਲੀ ਤੱਥ ਇਹ ਹੈ, ਇਹ ਜਿਹੜੀ ਗੱਲ ਹੈ ਕਿ ਹੁਣ ਸਰਕਾਰ ਦੇ ਕੋਲ ਸਾਧਨ ਬਹੁਤ ਹੈ, ਤਰੀਕੇ ਬੜੇ ਹੈ, ਔਰ ਨਾਲ ਹੀ ਨਾਲ ਸਾਡੇ ਵਿੱਚ ਲਾਲਸਾ ਵੀ ਬੜੀ ਹੈ, ਲਾਲਚ ਵੀ ਬੜਾ ਹੈ। ਔਰ ਇਹ ਜਿਹੜੀ ਪੰਥਕ ਸੇਵਾ ਹੁਣ ਇੱਕ ਵਪਾਰ ਜਦੋਂ ਬਣਦੀ ਜਾਏਗੀ, ਜਦੋਂ ਇਸ ਨੂੰ ਇੱਕ ਕਿਸਮ ਦਾ, ਇੱਕ ਰੋਜ਼ੀ ਦਾ, ਜਿਹੜੀ ਸਾਡੀ ਕੀਰਤੀ ਜਦੋਂ ਕਿਰਤ ਬਣ ਜਾਏਗੀ,
ਉਹਦੇ ਬਾਅਦ ਫਿਰ ਉਸ ਨੂੰ ਕਾਬੂ ਕਰਨਾ, ਉਹਨੂੰ ਆਪਣੇ ਦਾਇਰੇ 'ਚ ਰੱਖਣਾ, ਇਹ ਬੜਾ ਔਖਾ ਹੁੰਦਾ ਹੈ। ਬਿਲਕੁਲ ਲਾਂਬਾ ਸਾਹਿਬ, ਤੁਸੀਂ ਬਹੁਤ ਵਿਸਥਾਰ ਦਿੱਤਾ ਹੈ। ਮੈਂ ਵੀ ਇਹ ਸਮਝਦਾ ਕਿ ਬੇਸ਼ੱਕ ਅਕਾਲੀ ਦਲ ਬੁਨਿਆਦ ਆ, ਸ਼੍ਰੋਮਣੀ ਕਮੇਟੀ ਦੀ ਮੌਜੂਦਾ ਜਿਹੜੀ ਢਾਂਚਾ ਹੈ ਉਹਦੇ ਵਿੱਚ ਜਿੰਨੇ ਬਹੁਤੇ ਮੈਂਬਰ ਆ ਉਹਨਾਂ ਤੋਂ ਜ਼ਿਆਦਾ ਬਹੁਗਿਣਤੀ ਚੁਣ ਕੇ ਅਕਾਲੀ ਦਲ ਵੱਲੋਂ ਭੇਜੇ ਗਏ ਆ, ਫਿਰ ਵੀ ਜਿਹੜੀ ਇਤਿਹਾਸਕ ਨਜ਼ਰੀਏ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਤੇ ਹੋਂਦ ਹਸਤੀ ਹੈ ਤੇ ਪਛਾਣ ਹੈ, ਉਹ ਬਿਲਕੁਲ ਆਜ਼ਾਦਾਨਾ ਹੈ, ਉਹ ਵੱਖਰੀ ਹੈ। ਇਹਦੇ ਚੁਣੇ ਗਏ ਮੈਂਬਰ, ਇਹਦੇ ਚੁਣੇ ਗਈ ਐਗਜ਼ੈਕਟਿਵ ਤੇ ਚੁਣੇ ਗਏ ਪ੍ਰਧਾਨ ਮੁਕੰਮਲ ਆਜ਼ਾਦ ਹੋਣੇ ਚਾਹੀਦੇ ਆ। ਉਹਨਾਂ ਦੇ ਅੰਦਰ ਇਹ ਅਹੁਦੇ ਗ੍ਰਹਿਣ ਕਰਨ ਤੋਂ ਬਾਅਦ ਕਿਸੇ ਤਰ੍ਹਾਂ ਦਾ ਡਰ ਭੈ ਨਹੀਂ ਹੋਣਾ ਚਾਹੀਦਾ। ਕੌਮ ਦੀ ਸਭ ਤੋਂ ਵੱਡੀ ਸੇਵਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਸੀਂ ਪਾਸੇ ਵੀ ਰੱਖ ਲਈਏ, ਲੇਕਿਨ ਸੰਵਿਧਾਨਕ ਤੌਰ ਤੇ ਸਭ ਤੋਂ ਜ਼ਿਆਦਾ ਅਹਿਮ ਅਹੁਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਹੁੰਦਾ ਹੈ। ਉਹ ਕਿਸੇ ਵੀ ਦਾਇਰੇ 'ਚ ਨਾ ਬੱਝਾ ਹੋਵੇ, ਉਹ ਕਿਸੇ ਵੀ ਵਿਚਾਰਧਾਰਾ ਦੇ ਗੁਲਾਮ ਨਾ ਹੋਵੇ। ਉਹ ਜਦੋਂ ਅਹੁਦਾ ਗ੍ਰਹਿਣ ਕਰਦਾ ਹੈ ਤੇ ਉਸ ਤੋਂ ਬਾਅਦ ਉਹ ਕੌਮ ਦਾ ਪ੍ਰਤੀਨਿਧ ਹੋਵੇ, ਉਹ ਸਾਰੇ ਦੇ ਸਾਰੇ ਉਕਾਜ ਕਰੇ, ਕੰਮ ਕਰੇ ਜਿਹੜੇ ਉਹਨੂੰ ਕਰਨੇ ਚਾਹੀਦੇ ਆ। ਸੋ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਜਦੋਂ ਅੱਜ ਇਹ ਪ੍ਰੋਗਰਾਮ ਚੱਲ ਰਿਹਾ ਹੋਊਗਾ ਤੇ ਸਾਨੂੰ ਪ੍ਰਧਾਨ ਕੋਲੋਂ ਇਹੋ ਜਿਹੀ ਤਵੱਕੋਂ ਕਰਨੀ ਬਣਦੀ ਹੈ। ਪ੍ਰਧਾਨ ਬੇਸ਼ੱਕ ਕੋਈ ਵੀ ਹੋਵੇ, ਕਿਸੇ ਵੀ ਸਮੇਂ ਤੇ ਹੋਵੇ, ਉਹ ਪੂਰੇ ਸਮਾਜ ਦਾ, ਸਿੱਖ ਸਮਾਜ ਦਾ ਤਰਜਮਾਨ ਲੱਗੇ, ਇਹ ਨਜ਼ਰ ਆਉਣਾ ਚਾਹੀਦਾ ਹੈ। ਸੋ ਵੇਖਦੇ ਹਾਂ, ਹਾਲਾਂਕਿ ਕੁਝ ਇੱਕ ਚੀਜ਼ਾਂ ਜਿਵੇਂ ਜੂਨ 84 ਦੇ ਵਰਤਾਰਿਆਂ ਦੇ ਵਿੱਚ ਇਸ ਵਾਰੀ 6 ਜੂਨ ਨੂੰ ਉਹ ਬੀੜ ਸਾਹਿਬ ਦੇ ਦਰਸ਼ਨ ਵੀ ਕਰਾਏ ਗਏ, ਕੁਝ ਇੱਕ ਹੋਰ ਗੱਲਾਂ ਵੀ ਹੋਈਆਂ। ਆਖਰ ਅਸੀਂ ਜਿਉਂਦੇ ਜਾਗਦੇ ਇਨਸਾਨ ਹੈ, ਸਾਡੀਆਂ ਭਾਵਨਾਵਾਂ ਨੇ, ਸਾਡੀ ਆਸਥਾ ਹੈ, ਸਾਡੇ ਆਪਣੇ ਜਜ਼ਬਾਤ ਨੇ। ਸੋ ਉਹਨਾਂ ਨੂੰ ਦਬਾ ਕੇ, ਉਹਨਾਂ ਨੂੰ ਨੱਪ ਕੇ, ਨਪੀੜ ਕੇ ਬਹੁਤੀ ਦੇਰ ਅੱਗੇ ਨਹੀਂ ਵਧਿਆ ਜਾ ਸਕਦਾ। ਖੈਰ, ਇਸ ਦਿਨ ਦੇ ਉੱਤੇ ਉਹ ਪੁਰਾਣੀ ਤਕਲੀਫ ਨੂੰ ਯਾਦ ਕਰਦਿਆਂ ਸਾਨੂੰ ਕੁਝ ਰੱਸੇ ਪੈੜੇ ਵੱਟਣੇ ਚਾਹੀਦੇ ਆ ਤਾਂ ਕਿ ਭਵਿੱਖ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਨਾ ਵਾਪਰਨ, ਜਾਂ ਅਸੀਂ ਸੁਚੇਤ ਹੋ ਸਕੀਏ ਜਾਂ ਇੰਨੇ ਤਾਕਤਵਰ ਹੋ ਸਕੀਏ ਕਿ ਅਸੀਂ ਆਪਣੇ ਧਰਮ ਸਥਾਨਾਂ ਦੀ ਤੇ ਆਪਣੀ ਸ਼ਰਧਾ ਦੀ ਤੇ ਆਪਣੇ ਅਕੀਦਿਆਂ ਦੀ ਆਪ ਰਾਖੀ ਕਰਨ ਦੇ ਯੋਗ ਹੋ ਸਕੀਏ। ਗੁਰੂ ਮਹਾਰਾਜ ਮਿਹਰ ਕਰਨ, ਇਸ ਤਰ੍ਹਾਂ ਦੁਬਾਰਾ ਨਾ ਵਾਪਰੇ। ਲਾਂਬਾ ਸਾਹਿਬ, ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਇੱਕ ਗੱਲ ਰੰਧਾਵਾ ਸਾਹਿਬ, ਅਗਰ ਇਜਾਜ਼ਤ ਦਿਓ, ਤੁਸੀਂ ਜਿਵੇਂ ਪ੍ਰਧਾਨ ਤੋਂ ਤਵੱਕੋ ਕੀਤੀ ਹੈ, ਮੈਨੂੰ ਸਿਰਫ ਇਤਿਹਾਸ ਦੀ ਘਟਨਾ ਉਹ ਪ੍ਰਧਾਨ ਸਾਹਿਬ ਦੇ ਹਵਾਲੇ ਦੇ ਨਾਲ ਆਂਦੀ ਹੈ ਕਿ ਜਦੋਂ ਗੁਰਦੁਆਰਾ ਐਕਟ ਬਣ ਰਿਹਾ ਸੀ, ਅੰਗਰੇਜ਼ਾਂ ਨੇ ਮੰਨ ਲਈ ਮੰਗ, ਸ਼੍ਰੋਮਣੀ ਕਮੇਟੀ ਬਣਾਉਣ ਦੀ ਮੰਗ ਲਈ, ਔਰ ਉਸ ਵੇਲੇ ਜਦੋਂ ਸਰਕਾਰ ਨੇ ਮਤਲਬ ਬਾਬਾ ਜੀ ਨੂੰ ਕਿਹਾ ਕਿ ਤੁਸੀਂ, ਬਾਬਾ ਖੜਕ ਸਿੰਘ ਪ੍ਰਧਾਨ ਚੁਣੇ ਗਏ, ਕਿ ਤੁਸੀਂ ਇਹ ਲਿਖ ਕੇ ਦੇ ਦਿਓ ਕਿ ਗੁਰਦੁਆਰਾ ਐਕਟ ਨੂੰ ਮੰਨੋਗੇ, ਤੁਹਾਨੂੰ ਅਸੀਂ ਛੱਡ ਦਿਆਂਗੇ। ਬਾਬਾ ਜੀ ਨੇ ਇਨਕਾਰ ਕਰ ਦਿੱਤਾ। ਹੁਣ ਸੰਵਿਧਾਨਕ ਤੌਰ ਤੇ ਬਾਬਾ ਖੜਕ ਸਿੰਘ ਪ੍ਰਧਾਨ ਹਨ, ਮਗਰ ਅੰਦਰ ਜੇਲ੍ਹ ਦੇ ਅੰਦਰ ਹਨ। ਬੜੀ ਹਾਲਤ ਖਰਾਬ ਹੋ ਗਈ ਸਰਕਾਰ ਦੀ ਵੀ, ਲੋਕਾਂ 'ਚ ਵੀ, ਕਿ ਇਹ ਦੇਖੋ ਚੁਣ ਕੇ ਵੀ ਸਰਕਾਰ ਕਬਜ਼ਾ ਨਹੀਂ ਦੇ ਰਹੀ। ਉਸ ਵੇਲੇ ਬਾਬਾ ਖੜਕ ਸਿੰਘ ਨੂੰ ਸੈਸ਼ਨ ਜੱਜ ਲਾਹੌਰ ਦੇ ਪੇਸ਼ ਕੀਤਾ ਗਿਆ। ਇਹ ਘਟਨਾ ਲਿਖਤੀ ਹੈ, ਰਿਕਾਰਡਡ ਹੈ। ਬਾਬਾ ਖੜਕ ਸਿੰਘ ਨੂੰ ਉਹਨਾਂ ਨੇ ਪੇਸ਼ ਕੀਤਾ ਸੈਸ਼ਨ ਜੱਜ ਦੇ। ਮੈਂ ਸਿਰਫ ਦੱਸ ਰਿਹਾ ਕਿ ਪ੍ਰਧਾਨ ਦਾ ਅਹੁਦਾ ਕੀ ਹੈ, ਰੁਤਬਾ ਕੀ ਹੈ। ਉਹਨਾਂ ਨੂੰ ਪੇਸ਼ ਕੀਤਾ ਕਿ ਜੋ ਵੀ ਇਹ ਬਿਆਨ ਦੇਣਗੇ ਅਸੀਂ ਇਹਨਾਂ ਨੂੰ ਛੱਡ ਦਿਆਂਗੇ। ਜੱਜ ਨੇ ਇਹ ਸੋਚਿਆ, ਬਾਬਾ ਖੜਕ ਸਿੰਘ ਨੂੰ ਕਿਹਾ ਕਿ ਤੁਸੀਂ ਦੱਸੋ ਇਸ ਐਕਟ ਬਾਰੇ ਕੀ ਕਹਿਣਾ ਚਾਹੁੰਦੇ ਹੋ। ਬਾਬਾ ਖੜਕ ਸਿੰਘ ਦਾ ਬਿਆਨ ਸੀ, ਕਹਿੰਦੇ ਕਿ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੋਣ ਦੀ ਹੈਸੀਅਤ ਵਿੱਚ ਸਿੱਖ ਕੌਮ ਦਾ ਪ੍ਰਧਾਨ ਹਾਂ। ਇਸ ਮੇਰੀ ਪੋਜੀਸ਼ਨ ਸਿੱਖ ਕੌਮ ਦਾ ਪ੍ਰਧਾਨ ਹੋਣ ਦੀ ਹੈਸੀਅਤ ਵਿੱਚ ਅਮਰੀਕਾ, ਜਰਮਨੀ ਜਾਂ ਫਰਾਂਸ ਦੇ ਪ੍ਰੈਜ਼ੀਡੈਂਟ ਜੈਸੀ ਹੈ ਜਾਂ ਇੰਗਲੈਂਡ ਦੇ ਕਿੰਗ ਜੈਸੀ ਹੈ। ਇਸ ਕੇਸ ਵਿੱਚ ਗਵਰਨਮੈਂਟ ਇੱਕ ਪਾਰਟੀ ਹੈ, ਉਸ ਪਾਰਟੀ ਦਾ ਨੌਕਰ ਇੱਕ ਜੱਜ ਹੈ। ਮੈਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੋਣ ਦੀ ਹੈਸੀਅਤ ਵਿੱਚ ਮੈਂ ਇੱਕ ਨੌਕਰ ਦੇ ਸਾਹਮਣੇ ਬਿਆਨ ਨਹੀਂ ਦੇ ਸਕਦਾ। ਬਾਬਾ ਜੀ ਨੂੰ ਕੰਟੈਂਪਟ ਆਫ ਕੋਰਟ 6 ਮਹੀਨੇ ਅੰਦਰ ਕੀਤਾ ਗਿਆ। ਜਦੋਂ 6 ਮਹੀਨੇ ਬਾਅਦ ਬਾਹਰ ਆਏ ਹੈਗੇ ਹੈ ਤਾਂ ਉਸ ਵੇਲੇ ਵਾਇਸ ਰਾਏ ਨੇ ਆਪਣਾ ਏਡੀਸੀ ਭੇਜਿਆ, ਗਵਰਨਰ ਜਨਰਲ ਨੇ, ਔਰ ਉਹਨਾਂ ਨੂੰ ਕਿਹਾ, ਏਡੀਸੀ ਨੇ ਕਿਹਾ, ਸਲੂਟ ਮਾਰਿਆ, ਬਾਬਾ ਜੀ ਤੁਹਾਨੂੰ ਗਵਰਨਰ ਜਨਰਲ ਨੇ ਯਾਦ ਕੀਤਾ ਹੈਗਾ। ਬਾਬਾ ਜੀ ਕਹਿੰਦੇ ਉਹਨੂੰ ਲੋੜ ਹੋਏਗੀ ਅੰਮ੍ਰਿਤਸਰ ਆ ਕੇ ਮੈਨੂੰ ਮਿਲ ਲਏਗਾ। ਉਹ ਟਾਂਗੇ ਤੇ ਬੈਠ ਕੇ ਅੰਮ੍ਰਿਤਸਰ ਆ ਗਏ। ਬਸ ਮੈਂ ਇੰਨਾ ਕਹਿਣਾ ਚਾਹੁੰਦਾ, ਸਾਡੇ ਪ੍ਰਧਾਨ ਦਾ, ਸਾਡੇ ਸਦਰ ਦਾ, ਪ੍ਰੈਜ਼ੀਡੈਂਟ ਦਾ ਰੁਤਬਾ ਉਹ ਹੈ, ਅਸੀਂ ਉਹ ਵੇਖਣਾ ਚਾਹੁੰਦੇ ਹਾਂ। ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਬਹੁਤ ਬਿਹਤਰੀਨ। ਆਮੀਨ, ਆਮੀਨ। ਸ਼ੁਕਰੀਆ, ਥੈਂਕ ਯੂ।